सतनाम धन वाहिगुरु साहिब जीओ। एक ओंकार सतनाम करता पुरख निरभओ निर्वैर अकाल मूरत अजूनी सैभं गुर प्रसाद। जप आद सच जुगाद सच है पी सच नानक होसी पी सच। जेता समुंद सागर नीर भरिया तेते उगन हमारे। दया करो किस देर पावो डुबदे पत्थर तारे। सो कहो टल गुर सेवियै अहनिस सहज सुभाए। दर्शन परसें गुरु के जन्म मरण दुख जाए। धन वाहिगुरु साहिब जीओ। महला तीजा। विन नावे सब भरम दे नित जग तोचा संसार। बिन नावे सब भरम दे नित जग तोचा संसार। मन मुख कर्म कमावणे होमे अंध गुवार। गुरमुख अमृत पीवना नानक शब्द विचार। महला तीजा। सहजे जागे सहजे सोवै गुरमुख अन दिन उस्तत होवै। मन मुख भरमे सहसा होवै अंतर चिंता नींद ना सोवै। ज्ञानी जागै सवे सुभाए नानक नाम रत्या बल जाऊं। ज्ञानी जागै सवे सुभाए नानक नाम रत्या बल जाऊं। वाहिगुरु जी का खालसा वाहिगुरु जी की फतेह। परम सत्कारयोग जुगो जुग अटल चवर तखत छत्र दे मालक। रूहानियत दे सोमे गुणा दे सागर। घट घट की जानत भले बुरे की पीर पछाणत।
ਹਾਜ਼ਰਾਂ ਹਜੂਰ ਸਰਬ ਕਲਾ ਭਰਪੂਰ। ਮਹਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਣ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਵਡਭਾਗੀਓ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ, ਅੰਮ੍ਰਿਤ ਬਾਣੀਆਂ ਦੇ ਜਾਪ, ਭਾਈ ਸਾਹਿਬ ਰੱਬੀ ਲਾਹੀ ਕੀਰਤਨ ਕਥਾ ਆਪ ਜੀ ਨੇ ਸਰਵਣ ਕੀਤੀ, ਵਡਭਾਗੇ ਹੈ। ਇਸ ਤੋਂ ਉਪਰੰਤ ਜੋ ਅੰਮ੍ਰਿਤ ਵੇਲੇ ਦਾ ਸਤਿਗੁਰੂ ਜੀ ਦਾ ਮੁੱਖ ਵਾਕ ਹੁਕਮ ਹੈ, ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਇਲਾਹੀ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 646 ਅੰਗ ਦੇ ਅਨਮੋਲ ਬਚਨ ਸਭਾਏਮਾਨ ਹਨ। ਸਤਿਗੁਰੂ ਜੀ ਇਹ ਕਿਰਪਾ ਕਰਦੇ ਨੇ, ਮਹੱਲਾ ਤੀਜਾ, ਗੁਰੂ ਅਮਰਦਾਸ ਜੀ ਦੇ ਬਚਨ। ਵਿਨ ਨਾਵੇਂ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਬਿਨਾ ਨਾਮ ਤੋਂ, ਜੇ ਬਿਨਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਸਾਰਾ ਜਗ ਭਰਮਦਾ ਹੈ, ਭਟਕ ਰਿਹਾ ਹੈ ਅੰਧ ਵਿਸ਼ਵਾਸ ਦੇ ਵਿੱਚ ਤੇ ਚੋਟਾਂ ਖਾ ਰਿਹਾ। ਸਾਰੇ ਜੱਗ ਦੀ ਗੱਲ ਮਹਾਰਾਜ ਕਰਦੇ ਨੇ ਕਿ ਬਿਨਾਂ ਨਾਮ ਤੋਂ ਇਹ ਜੱਗ ਜਿਹੜਾ ਨਾ ਭਰਮਦਾ ਹੈ, ਭਰਮਾਂ 'ਚ ਪਿਆ ਹੋਇਆ, ਵਹਿਮਾਂ 'ਚ ਪਿਆ ਹੋਇਆ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਛੱਡ ਕੇ ਹੋਰ ਕਈ ਤਰ੍ਹਾਂ ਦੇ ਕਰਮ ਤੇ ਕਈ ਤਰ੍ਹਾਂ ਦੀਆਂ ਪੂਜਾ ਕਰਦਾ, ਇਹ ਭਟਕ ਰਿਹਾ, ਚੋਟਾਂ ਖਾ ਰਿਹਾ। ਜੋ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਵਿਸਰ ਜਾਂਦਾ ਨਾ, ਕਈ ਜਨਮ ਚੋਟਾਂ ਖਾਣੀਆਂ ਪੈਂਦੀਆਂ। ਬਿਨ ਨਾਵੇਂ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰਾ ਜਗ ਮਨੁੱਖ, ਕਮਲੇ ਦਾ ਮਤਲਬ ਵੀ ਬੇਸੋਚ ਬੇਸਮਝ ਇਨਸਾਨ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਦੇ ਹੈ। ਸਾਰੀ ਬਾਣੀ ਹੀ ਨਾਮ ਦੀ ਵਿਆਖਿਆ ਕਰਦੀ ਹੈ, ਕੇਵਲ ਅਕਾਲ ਪੁਰਖ ਦੇ ਨਾਮ ਦੀ। ਹੰਕਾਰ ਦੇ ਵਿੱਚ, ਲੋਭ ਦੇ ਵਿੱਚ ਬੰਦਾ ਆ ਕੇ ਨਾ ਆਪਣੀ ਅਸਲੀਅਤ ਨੂੰ ਭੁੱਲ ਜਾਂਦਾ ਹੈ। ਤੇ ਮੈਂ ਸੰਸਾਰ ਦੇ ਵਿੱਚ ਮੇਰਾ ਆਉਣ ਦਾ ਮਕਸਦ ਕੀ ਹੈ? ਜਦੋਂ ਇਸ ਚੀਜ਼ ਤੋਂ ਟੁੱਟਦਾ ਨਾ ਤੇ ਫਿਰ ਭਰਮਾਂ 'ਚ ਪੈ ਜਾਂਦਾ ਤੇ ਚੋਟਾਂ ਖਾਂਦਾ। ਸਭ ਜਗ ਕਾਲੇ ਵਸ ਹੈ, ਬਾਧਾ ਦੂਜੇ ਭਾਈ। ਹੁਣ ਧੰਨ ਗੁਰੂ ਅਮਰਦਾਸ ਜੀ ਸ਼ਬਦ ਵਿੱਚ ਇਹ ਕਿਰਪਾ ਕਰਦੇ ਨੇ, ਸਾਰਾ ਜਗ ਕਾਲ ਦੇ ਵਸ ਹੈ, ਵਾਧਾ ਵਧਿਆ ਹੋਇਆ, ਦੂਜੇ ਪਾਏ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਦੂਜੇ ਪਾਏ। ਅਸੀਂ ਹੁਣ ਇਹ ਚੀਜ਼ ਦੇਖਦੇ ਹਾਂ, ਜੋ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਕੋਈ ਸਾਰੇ ਨਹੀਂ ਲੈਂਦੇ। ਸਤਿਨਾਮ ਜੀ, ਸਭ ਜਗ ਕਾਲੇ ਵਸ ਹੈ, ਬਾਧਾ ਦੂਜੇ ਭਾਏ।
ਹੋਮੇ ਕਰਮ ਕਮਾਉਂਦੇ ਮਨ ਮੁਖ ਮਿਲੇ ਸਜਾਏ। ਸਾਰਾ ਜਗ ਕਾਲ ਦੇ ਵਸ ਪਿਆ ਹੋਇਆ ਹੈ। ਉਹਦਾ ਕਾਰਨ ਆ ਕਿ ਦੂਜੇ ਭਾਏ ਪਰਮਾਤਮਾ ਦੀ ਭਗਤੀ ਛੱਡ ਕੇ ਤੇ ਦੂਸਰਿਆਂ ਦੀ ਪੂਜਾ ਕਰਦਾ ਹੈ, ਦੂਸਰਿਆਂ ਮਗਰ ਫਿਰਦਾ, ਦੂਸਰਿਆਂ ਦਾ ਆਸਰਾ ਲੈਂਦਾ, ਤੇ ਉਹ ਫਿਰ ਕਾਲ ਦੇ ਵਸ ਪੈਂਦਾ, ਦੁੱਖਾਂ ਕਲੇਸ਼ਾਂ ਦੇ ਵਿੱਚ ਪੈਂਦਾ, ਚੋਟਾਂ ਖਾਂਦਾ। ਜਿਉਂ ਜਿਉਂ ਚੱਲੇ ਚੁਪੇ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਉਂ ਜਿਉਂ ਚੱਲੇ, ਜਿੱਦਾਂ ਜਿੱਦਾਂ ਚੱਲਦਾ ਨਾ ਸੰਸਾਰ ਦੇ ਵਿੱਚ, ਤੇ ਹੋਮੇ ਕਰਕੇ ਚੋਟਾਂ ਖਾਂਦਾ, ਦੁੱਖ ਪਾਉਂਦਾ, ਤੇ ਫਿਰ ਵੀ ਸਮਝ ਨਹੀਂ ਆਉਂਦੀ। ਉਹਦਾ ਕਾਰਨ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਵਾਲੇ ਪਾਸੇ ਚੱਲਦਾ ਹੀ ਨਹੀਂ। ਉਹ ਤਾਂ ਬਾਹਰਲੇ ਕਰਮ ਕਰਦਾ, ਪਸ਼ੂਆਂ ਦੀ ਪੂਜਾ ਕਰਦਾ, ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਮੜੀਆਂ ਮਸਾਣਾਂ 'ਚ ਜਾ ਕੇ ਨੱਕ ਰਗੜਦਾ, ਜੋਤਸ਼ੀਆਂ ਨੂੰ ਆਪਣਾ ਹੱਥ ਦਿਖਾਉਂਦਾ। ਇਹੋ ਜਿਹੇ ਕਰਮਾਂ ਦੇ ਉੱਤੇ ਵਿਸ਼ਵਾਸ ਕਰਦਾ, ਤੇ ਫਿਰ ਮਹਾਰਾਜ ਕਹਿੰਦੇ ਨੇ ਵੀ ਉਹ ਫਿਰ ਚੋਟਾਂ ਹੀ ਖਾਏਗਾ, ਕਈ ਜਨਮ ਚੋਟਾਂ ਖਾਏਗਾ। ਸਭ ਜਗ ਕਾਲੇ ਵਸ ਹੈ, ਬਾਧਾ ਦੂਜੇ ਭਾਏ, ਹੋਮੇ ਕਰਮ ਕਮਾਉਂਦੇ ਮਨ ਮੁਖ ਮਿਲੇ ਸਜਾਏ। ਮੇਰੇ ਮਨ ਗੁਰ ਚਰਨੀ ਚਿਤ ਲਾ। ਹੁਣ ਤੱਥ ਦੀ ਗੱਲ ਗੁਰੂ ਅਮਰਦਾਸ ਜੀ ਕਰਦੇ, ਇਹ ਮੇਰੇ ਮਨ ਗੁਰੂ ਸਤਿਗੁਰ ਦੇ ਗੁਰੂ ਦੇ ਚਰਨਾਂ 'ਚ ਚਿਤ ਲਾ। ਚਿਤ ਲਾਉਣ ਦਾ ਮਤਲਬ ਗੁਰੂ ਦੇ ਚਰਨ ਹਨ, ਗੁਰੂ ਦਾ ਉਪਦੇਸ਼, ਗੁਰੂ ਦਾ ਸਿਧਾਂਤ, ਗੁਰੂ ਦੀ ਦੱਸੀ ਹੋਈ ਰਹਿਤ ਮਰਿਆਦਾ, ਉਹਦੇ ਵਿੱਚ ਚਿੱਤ ਲਾ। ਤੇ ਫਿਰ ਉਹਦੇ ਨਾਲ ਕੀ ਹੋਏਗਾ? ਮੇਰੇ ਮਨ, ਇਹ ਮਨ ਨੂੰ ਮਹਾਰਾਜ ਕਹਿੰਦੇ ਨੇ, ਮਨ ਤੂੰ ਪਰਮਾਤਮਾ ਦੇ ਚਿੱਤ ਲਾ। ਗੁਰਮੁਖ ਨਾਮ ਨਿਧਾਨ ਲੈ ਦਰਗੇ ਲੈ ਛਡਾ। ਗੁਰਮੁਖ ਨਾਮ ਦਾ ਖਜ਼ਾਨਾ ਲੈ, ਤੇ ਉਹ ਨਾਮ ਜਿਹੜਾ ਤੈਨੂੰ ਦਰਗਾਹ ਦੇ ਵਿੱਚ ਛਡਾਏਗਾ। ਹੋਰ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਹਾਲ ਨਹੀਂ ਪੁੱਛਣਾ। ਜਿਨ੍ਹਾਂ ਨਾਲ ਤੂੰ ਪ੍ਰੇਮ ਬਣਾਇਆ ਹੋਇਆ ਹੈ, ਜਿਨ੍ਹਾਂ ਨਾਲ ਤੂੰ ਆਪਣੀ ਬੜੀ ਮਿੱਤਰਤਾ ਦੋਸਤੀ ਪਾਈ ਹੋਈ ਹੈ, ਉਹ ਤੈਨੂੰ ਇੱਕ ਖਿੰਨ ਵਿੱਚ ਹੀ ਛੱਡ ਜਾਣਗੇ। ਹੁਣ ਇਸ ਦੀ ਜਿਹੜੀ ਸਮਝ ਕਿਸ ਤਰ੍ਹਾਂ ਆਏਗੀ? ਇਸੇ ਦੀ ਸਮਝ ਆਏਗੀ ਸਤਿਗੁਰੂ ਦੀ ਸੰਗਤ 'ਚ ਆ ਕੇ, ਬਾਣੀ ਨਾਲ ਜੁੜ ਕੇ, ਪਰਮੇਸ਼ਰ ਦੇ ਨਾਮ ਦੀ ਕਦਰ, ਪਰਮੇਸ਼ਰ ਦੇ ਨਾਮ ਦੀ ਮਹਿਮਾ ਗੁਰਮੁਖ ਦੇ ਅੰਦਰ ਪੈਦਾ ਹੋਏਗੀ, ਤਦ ਹੀ ਜਾ ਕੇ ਗੱਲ ਬਣਨੀ ਹੈ। ਜਦੋਂ ਕਿਸੇ ਚੀਜ਼ ਦੀ ਮਨ ਦੇ ਅੰਦਰ ਉਤਸ਼ਾਹ ਬਣਦਾ ਹੈ ਨਾ, ਤਾਂ ਉਸ ਚੀਜ਼ ਦਾ ਫਿਰ ਲਾਭ ਹੁੰਦਾ ਹੈ। ਸਤਿਗੁਰੂ ਜੀ ਨੇ ਇੱਥੋਂ ਤੱਕ ਕਿਹਾ ਵੀ ਜੋ ਕੰਮ ਕਰਨਾ ਨਾ ਅਕਲ ਨਾਲ ਕਰੀ, ਬੇਅਕਲਾ ਕੰਮ ਕੀਤਾ ਹੋਇਆ ਨਾ ਬੜਾ ਦੁਖਦਾਈ ਹੁੰਦਾ। ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕਰ ਬੁਝੀਏ, ਅਕਲੀ ਦੀਜੇ ਦਾਨ। ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਚਾਰ ਗੱਲਾਂ ਇਹ। ਅਕਲ ਦੇ ਨਾਲ ਸਹਿਬ ਨੂੰ ਸੇਵ, ਐਵੇਂ ਨਾ ਜਣੇ ਖਣੇ ਨੂੰ ਰੱਬ ਬਣਾ। ਪਰਿਪੂਰਨ ਪਰਮੇਸ਼ਰ ਇੱਕ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਵਾਹਿਗੁਰੂ, ਉਹ ਸਾਹਿਬ ਹੈ। ਅਕਲ ਉਹ ਹੈ, ਉਹਦਾ ਨਾਮ ਜਪ। ਅਕਲੀ ਸਾਹਿਬ ਸੇਵੀ, ਅਕਲੀ ਪਾਈਏ ਮਾਣ। ਹੁਣ ਮਾਣ ਜਿਹੜਾ ਪਾਉਣਾ ਵਾ, ਮਾਣ ਤਾਂ ਤੁਹਾਨੂੰ ਮਿਲ ਜਾਏਗਾ। ਮਾਣ ਤਾਂ ਤੁਸੀਂ ਇੱਥੇ ਲੰਗਰ ਲਾ ਲਓ, ਦਾਨ ਕਰ ਲਓ, ਲੋਕੀ ਕਹਿਣਗੇ ਬੜਾ ਚੰਗਾ ਹੈ, ਪਰ ਇਹ ਨਾ ਹੋਵੇ ਇਹ ਮਾਣ ਜਿਹੜਾ ਨਾ ਤੇਰਾ ਮਾਨਸਿਕ ਜੀਵਨ, ਤੇਰਾ ਧਾਰਮਿਕ ਜੀਵਨ ਖਰਾਬ ਕਰ ਦੇਵੇ। ਉਹ ਕੰਮ ਕਾਰ ਰੱਖਣ ਨਾਲ ਜੇ ਕੋਈ ਚੰਗਾ ਕੰਮ ਵੀ ਕਰਨਾ ਨਾ, ਪਰਮਾਤਮਾ ਦੇ ਆਸਰੇ ਦੇ, ਗੁਰੂ ਦੀ ਓਟ ਆਸਰੇ ਦੀ ਰਹਿਤ ਦੇ ਵਿੱਚ, ਮਰਿਆਦਾ ਦੇ ਵਿਚਕਾਰ, ਉਹ ਅਕਲ ਵਾਲਾ ਕੰਮ ਹੋਏਗਾ। ਕਿ ਗੁਰੂ ਨੂੰ ਉਹ ਚੀਜ਼ ਭਾਉਂਦੀ ਹੈ ਜਿਹੜੀ ਸਤਿਗੁਰੂ ਨੂੰ ਚੰਗੀ ਲੱਗਦੀ ਹੈ। ਸਾ ਸੇਵਾ ਕੀਤੀ ਸਫਲ ਹੈ, ਜਦ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਸਭ ਪਾਪ ਤੋਂ ਸੰਭਲ ਬਣੇ। ਜਦੋਂ ਸਤਿਗੁਰ ਦਾ ਮਨ ਮੰਨਿਆ ਨਾ, ਉਹ ਸੇਵਾ ਕੀਤੀ ਸਫਲ ਹੈ। ਸਤਿਗੁਰ ਦੇ ਉਪਦੇਸ਼, ਸਤਿਗੁਰ ਦੀ ਦੱਸੇ ਹੋਏ ਮਾਰਗ 'ਤੇ ਚੱਲਣਾ, ਨਾਮ ਜਪਣਾ, ਵੰਡ ਛਕਣਾ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ, ਇਸ ਤੋਂ ਬਗੈਰ ਦੂਜੀ ਕੋਈ ਗੱਲ ਹੀ ਨਹੀਂ। ਅਕਲੀ ਸਾਹਿਬ ਸੇਵੀ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕਰ ਬੁਝੀਏ, ਅਕਲੀ ਦੀਜੇ ਦਾਨ। ਹੁਣ ਪੜ੍ਹ ਕਰ ਬੁਝੀਏ, ਉਹ ਕੰਮ ਕਰ, ਉਹ ਅਕਲ ਵਾਲੀ ਚੀਜ਼ ਪੜ੍ਹ, ਉਹ ਕਾਲ ਪੁਰਖ ਦੀ ਬਾਣੀ, ਪਰਮੇਸ਼ਰ ਦੀ ਬਾਣੀ, ਜਿਹੜੀ ਕਿ ਸਾਰਿਆਂ ਦੇ ਹਿਰਦੇ ਉੱਤੇ ਨਾਮ ਦੀ ਬਖਸ਼ਿਸ਼ ਤੇ ਕਿਰਪਾ ਕਰਦੀ। ਧੰਨਵਾਦ ਮਹਾਰਾਜ ਜੀ।
ਉਹ ਕੰਮਕਾਰ ਅਕਲ ਵਾਲਾ, ਪੜ੍ਹ ਵੀ ਅਕਲ ਵਾਲੀ ਚੀਜ਼, ਜਿਹਦੇ ਨਾਲ ਆਉਣ ਵਾਲਾ ਜਿਹੜਾ ਭਵਿੱਖ ਹੈ, ਸਮਾਂ ਜਿਹੜਾ ਤੇਰੀ ਜ਼ਿੰਦਗੀ ਵਾਸਤੇ ਠੀਕ ਹੋਏ। ਅਤੇ ਦਾਨ ਵੀ ਉਹ ਕਰ ਅਕਲ ਨਾਲ, ਐਵੇਂ ਦਾਨ ਵੀ ਜਿਹੜਾ ਕਰਨਾ ਨਾ ਉਲਟਾ ਨੁਕਸਾਨ ਕਰਦਾ ਹੈ। ਮਹਾਰਾਜ ਨੇ ਸਾਨੂੰ ਸੁਚੇਤ ਕੀਤਾ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕਰ ਬੂਝੀਏ, ਅਕਲੀ ਦੀਜੇ ਦਾਨ। ਐਵੇਂ ਨਾ ਜਣੇ ਖਣੇ ਨੂੰ ਦਾਨ ਕਰੀ ਜਾਈ। ਦਾਨ ਦੇਣ ਵਾਲਾ ਕੌਣ? ਤੂੰ ਹੈ। ਉਹ ਦਾਤਾ ਵਾ ਦੇਣ ਵਾਲਾ। ਹਾਂ, ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ 'ਚੋਂ ਕਿਸੇ ਲੋੜਵੰਦ ਦੀ ਮਦਦ ਕਰਨੀ। ਕੋਈ ਬੰਦਾ ਜ਼ੁਲਮ ਦੇ ਸ਼ਿਕਾਰ ਹੈ, ਗੁਰੂ ਦਾ ਖਾਲਸਾ ਉੱਥੇ ਆ ਗਏ, ਆਪਣਾ ਸ਼ਸਤਰ ਚਲਾ ਕੇ ਉਸ ਮੁਲਜ਼ਮ ਦੀ ਰੱਖਿਆ ਕਰੇਗਾ। ਇਹ ਸਭ ਤੋਂ ਵੱਡਾ ਦਾਨ ਹੈ। ਅਤੇ ਸਭ ਤੋਂ ਵੱਡਾ ਦਾਨ ਕਿਹੜਾ? ਭੁੱਲੇ ਹੋਏ ਨੂੰ ਸਤ ਸੰਗਤ 'ਚ ਲਿਆਇਆ। ਜੇ ਕੋਈ ਭਟਕਿਆ ਹੋਇਆ ਗੁਰੂ ਦੀ ਹਜ਼ੂਰ 'ਚ ਲਾਇਆ, ਸਤ ਸੰਗਤ 'ਚ ਲਾਇਆ, ਸਭ ਤੋਂ ਵੱਡਾ ਦਾਨ ਹੈ। ਆਪ ਵੀ ਜਪੇ, ਦੂਜਿਆਂ ਨੂੰ ਜਪਾਏ, ਕੰਮ ਅਕਲ ਵਾਲਾ ਕਰ। ਅਤੇ ਸਾਰਾ ਜੱਗ, ਸਾਰਾ ਸੰਸਾਰ ਚੋਟਾਂ ਖਾ ਰਿਹਾ, ਅਸੀਂ ਦੇਖਦੇ ਹੀ ਹਾਂ। ਕੋਈ ਕਿੱਧਰ ਭੱਜ ਰਿਹਾ, ਕੋਈ ਕਿੱਧਰ ਭੱਜ ਰਿਹਾ, ਕੋਈ ਡੇਰਾਬਾਦ ਕੋਲ ਜਾ ਰਿਹਾ, ਕੋਈ ਜੋਸ਼ੀਆਂ ਕੋਲ ਜਾ ਰਿਹਾ, ਕੋਈ ਸਿਆਣਿਆਂ ਕੋਲ ਜਾ ਰਿਹਾ, ਕੋਈ ਐਵੇਂ ਹੀ ਪੂਜਾ ਕਰੀਆਂ ਜਾਂਦਾ ਬਿਨਾਂ ਮਤਲਬ ਦੇ, ਅਕਲ ਨਹੀਂ, ਵੇਖੋ ਵੇਖੀ ਕਰੀ ਜਾ ਰਿਹਾ। ਇਹ ਚੋਟਾ ਖਾਣਾ ਹੈ। ਸਾਨੂੰ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ ਸਾਰਾ ਕੰਮ ਕਰਨ ਵਾਸਤੇ। ਅੱਜ ਧੰਨ ਗੁਰੂ ਅੰਮ੍ਰਿਤ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਜਿਨ੍ਹਾਂ ਨੇ ਸੰਸਾਰ ਦੇ ਉੱਤੇ ਬੜੀਆਂ ਕਿਰਪਾ ਕੀਤੀ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਹਿਲਾਂ ਆਪ ਸਿੱਖੀ ਕਮਾਈ ਹੈ। ਜੇ ਸਿੱਖ ਬਣਨਾ ਹੈ ਨਾ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹ ਲਿਓ। ਜੇ ਸਿੱਖ ਬਣਨਾ, ਸਿੱਖੀ ਆਪ ਕਮਾਈ, ਫਿਰ ਸਿੱਖਾਂ ਨੂੰ ਕਮਾਉਣ ਦੀ ਦਾਤ ਬਖਸ਼ ਕੀਤੀ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ, ਜੋ ਵਿਦਵਾਨਾਂ ਨੇ ਖੋਜ ਕੀਤੀ ਹੈ, ਮੱਤੇ ਕੀ ਸਰਾਂ, ਤਹਿਸੀਲ ਮੁਕਤਸਰ, ਜ਼ਿਲ੍ਹਾ ਫਿਰੋਜ਼ਪੁਰ, ਉੱਥੇ ਹੋਇਆ ਮੱਤੇ ਕੀ ਸਰਾਂ। ਪਰ ਇਤਿਹਾਸਕਾਰ ਕਹਿੰਦੇ ਨੇ ਵੀ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਜ਼ੁਲਮ ਕੀਤਾ ਨਾ, ਹਿੰਦੁਸਤਾਨ ਦੇ ਉੱਤੇ ਆਇਆ ਚੜ੍ਹ ਕੇ, ਉਦੋਂ ਇਸ ਮੱਤੇ ਦੀ ਸਰਾਂ ਨੂੰ ਉਹਨੇ ਉਜਾੜ ਦਿੱਤਾ ਸੀ। ਉਸ ਪਿੰਡ ਨੂੰ ਉਜਾੜ ਦਿੱਤਾ ਸੀ, ਲੁੱਟ ਲਿਆ ਸੀ, ਟੈਟੇਰੀ ਹੋ ਗਿਆ ਸੀ। ਪਰ ਉੱਥੇ ਕੋਈ ਨਾਗਾ ਸਿੱਖ ਸੀ, ਨਾਗਾ ਸਾਧੂ ਸੀ, ਉਸਨੇ ਫਿਰ ਇਹ ਦੁਬਾਰੋਂ ਉਹਦੇ ਨਾਲ ਹੀ ਪਿੰਡ ਵਸਾਇਆ ਸੀ। ਉਹਨੂੰ ਫਿਰ ਨਾਗੇ ਕੀ ਸਰਾਂ ਨਾਂ ਪੈ ਗਿਆ। ਮਹਾਰਾਜ ਦਾ ਪ੍ਰਕਾਸ਼ ਹੋਇਆ 1504 ਈਸਵੀ ਦੇ ਵਿੱਚ, 11 ਅਪ੍ਰੈਲ 1504 ਈਸਵੀ। ਆਪ ਸਨਾਤਨ ਧਰਮ ਦੇ ਸੰਬੰਧ ਸਨ। ਉਹਨਾਂ ਦੇ ਜਿਹੜੇ ਵੱਡੇ ਵਡੇਰੇ ਸਨ, ਉਹਨਾਂ ਦੇ ਪਿਤਾ ਜੀ ਸਨ ਬਾਬਾ ਫੇਰੂ ਮੱਲ ਜੀ, ਅਤੇ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਦਇਆ ਕੌਰ ਜੀ। ਬਾਬਾ ਫੇਰੂ ਮੱਲ ਜੀ ਬੜੇ ਵਿਦਵਾਨ ਅਤੇ ਬੜੇ ਸਿਆਣੇ, ਸੂਝਵਾਨ, ਸੱਚੇ ਸੁੱਚੇ ਇਨਸਾਨ ਸਨ। ਉਹ ਉਹਨਾਂ ਦੀ ਰਾਜੇ ਦਰਬਾਰੇ ਵਿੱਚ ਚੱਲਦੀ ਸੀ, ਕਿਉਂਕਿ ਉਹ ਮੁਨਸ਼ੀ, ਚੌਧਰੀ ਦੇ ਮੁਨਸ਼ੀ ਸਨ। ਹੋਰ ਵੀ ਕਈ ਲੋਕ ਜਿਹੜੇ ਵੱਡੇ ਵੱਡੇ ਜਿਹੜੇ ਧਨਾੜ ਲੋਕ ਸੀ, ਉਹਨਾਂ ਨੂੰ ਲੈ ਕੇ ਜਾਂਦੇ ਸੀ, ਉਹਨਾਂ ਦਾ ਹਿਸਾਬ ਕਿਤਾਬ ਕਰਦੇ ਸੀ। ਅਤੇ ਬੜੇ ਵਿਦਵਾਨ, ਬੜੇ ਸਿਆਣੇ ਸੁਲਝੇ ਹੋਏ ਸਨ, ਬੜੇ ਧਨਾੜ ਸਨ, ਘਰੋਂ ਬੜੇ ਸੌਖੇ ਸੀ। ਸਮਾਂ ਬੀਤਦਾ ਗਿਆ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਛੋਟੇ ਜਿਹੇ ਸਨ, ਅਤੇ ਘਰ ਦੇ ਵਿੱਚ ਬੜਾ ਹਰ ਚੀਜ਼ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਅਤੇ ਪਿਤਾ ਜੀ ਥੋੜ੍ਹੇ ਚਿਰ ਬਾਅਦ ਸੰਸਾਰ ਤੋਂ ਵਿਦਾ ਹੋ ਗਏ, ਅਤੇ ਸਾਰਾ ਕੁਛ ਇਹਨਾਂ ਦੇ ਨਾ ਮੋਢਿਆਂ 'ਤੇ ਜੋ ਵੀ ਸੀ, ਸਾਰੀ ਜ਼ਿੰਮੇਵਾਰੀਆਂ ਪੈ ਗਈਆਂ। ਅਤੇ ਇਹਨਾਂ ਦੀ ਭੂਆ ਖਡੂਰ ਸਾਹਿਬ ਦੇ ਕੋਲ ਰਹਿੰਦੇ ਸਨ, ਅਤੇ ਉੱਥੇ ਫਿਰ ਆਪ ਆ ਗਏ। ਉੱਥੇ ਸਾਰਾ ਪਰਿਵਾਰ ਇੱਥੇ ਆ ਗਿਆ, ਖਡੂਰ ਸਾਹਿਬ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਖਡੂਰ ਸਾਹਿਬ ਦੇ ਵਿੱਚ ਉਹਨਾਂ ਨੇ ਦੁਕਾਨਦਾਰੀ ਕੀਤੀ, ਅਤੇ ਦੁਕਾਨ ਦੇ ਵਿੱਚ ਆਪਣਾ
जो ईमानदारी के नाल सच्चाई के नाल जो भी काम करना, तो इस तरह ही ये जीवन चलता रहा। एक दिन की गल है कि आप ना बचपन तो ही ना परमात्मा के नाम नूं, परमेश्वर के नाम नूं सुनने च बड़े चाहवान सन। तो जिहड़े घर दे उन्हां दे सन माता पिता, वो माता वैष्णो जी के पुजारी सन। तो हर साल उत्थे संगत लैके जाया करते सी। राज जो भी माता जी दी भेटां बोलनियां तो उन्होंने उत्थे जाना, कीर्तन करते जाना, उत्थे जाके उत्थे फिर मत्था टेकिया। ये सिलसिला चलता रहा। तो मन उन्हों का जरा मन जरा टिकता नहीं सी हैगा। जाते जरूर सन लेकिन मन नूं ना शांत या मन के टिका नहीं सी हैगा। एक दिन की गल है, भाई गुरु नानक साहिब के गुरसिख भाई जोध, वो अमृत वेले रोज़ बाणी पढ़ते जाते हैं गली च। तो रावी के दरिया उन्होंने कोल सी, उत्थे जाके इशनान करके ना वो बाणी पढ़िया करते थे। एक दिन सवेरे सवेरे ना उन्होंने बाणी बड़े उच्ची उच्ची पढ़ते जाते हैं। तो इशनान किया, उत्थे बह के ना कंडे से उन्होंने बाणी पढ़ी है। आसा जी की वार का ना कीर्तन उन्होंने उत्थे बह के चौंकड़ा मार के किया। तो एक दिन ना इन्हों के कन्ना च आवाज़ पई, जित सेविया सुख पाइए सो सह सदा संभालीए, जित कीता पाई अपना सा घर बुरी क्यों घालीए, मंदा मूल ना कीजे सिर घर बुरी क्यों घालीए। जिस परमात्मा नूं जिहदा सिमरन करिए, जिहदे कोल सुख मिलता है उन्होंने संभालीए, जित सेविया सुख पाइए सो सैब सदा संभालीए। उस सैब नूं सदा संभालीए, उस सैब नूं अपने मन च रखिए। जदों इन्होंने बाणी सुनी है तो उन्होंने मगर मगर गए ने, उन्होंने उत्थे बह के सारी बाणी सुनी। तो भाई जोध बड़े प्यारे सिख सन, उन्होंने कहा भाई महापुरुषो, ये बाणी जिहड़ी है ना बड़ी मिठी बाणी, मन नूं बड़ा सुख मिलिया है। तो ये तुसीं ये कित्थों किन्हां दी बाणी बोलदे हो? उन्होंने सारी गल दसी। भाई भाई लैणा जी, ये बाणी सतगुरु नानक साहब जी की है, जो सारे संसार को तारन वाले आए हैं। तो उन्होंने बाणी पढ़ के तो सुख मिलता है। कहते हाँ मैनू सुख मिले, ये बाणी तो मेरे अंदर मन च वसी है, तो मेरे मन में शांत हो गया। तो मैनू उन्होंने दर्शन कराओ। कहते दर्शन करो करतार साहब की धरती से, करतारपुर की धरती से वो रहमतां कर रहे हैं सतगुरु पातशाह। तो ये जी गल उन्होंने मन अंदर बैठ गई, तो उन्होंने मन अंदर खिच बन गई, चाह बन गया भी मैं किहड़े वेले जावां गुरु साहब दर्शन करा। बस वो इस चाह के रहिंदे। तो एक घटना होर इन्हों के मन असर किया। एक भाई मीहा गुरु नानक साहब जी का भी सिख, वो ना गुरु साहब भाई लैणा जी को ना कुछ राशन लैन आए ने। कहते मैनू 4 मुठा या 5 मुठा 4 मुठा आटा दे दो। तो ये बड़े दयालु सन, कहते हैं भाई तू जे तेरे को पैसे नहीं है तू ज़्यादा लै जा, तो पैसे बाद दे दे। कहते नहीं, जिन्ना मेरे को पैसे ने मैं उन्ना ही राशन लेना, वध नहीं लेना। कहते अच्छा। उन्होंने फिर 4 मुठा भर के चंगी तरह आटा दिता। तो जाके फिर कहते मैं लंगर पकाना तो फिर छकांगा। उन्हों का रूप देख के, उन्हों का जीवन देख के ना इन्हों के उत्ते असर होया। तो जो देखते हैं भी जो लैके जाते हैं तो फिर वेखती मगर मगर उन्होंने चले जाते हैं। तो वो वाहिगुरू का जाप करते 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 अपने घर पहुँचते हैं। तो घर वाले कहते आ लो आटा तो बनाओ प्रशादा। वो कहते 7 बचन प्रशादा 3 प्रशादे बने ने या 4 प्रशादे बने। तो प्रशादे बन के वाहिगुरू का जाप कर रहे हैं। तो बाबा जी सब कुछ देख रहे हैं भाई इन्हों का जीवन देखो कैसे इंसान है। इन्नी गरीबी होने के बावजूद भी इन्हों के अंदर इन्ना प्यार है, तो इन्नी शांति है। बाणी पढ़ते हैं। जो प्रशादे बन के तैयार हो गए तो छकन लगे, तो बाहर एक कोई साधु आया। उन्हें कहा भाई भुख लगी है भाई सानू लंगर छकाओ। तो एकदम भाई गुरदा सिख भाई मीहा उठे ने, कहते ने भाई कौन है? कहते भी भुख लगी लंगर छकाओ। 7 बजन उन्होंने 2 प्रशादे दे दिए।
नाल कुछ दिता, थाल च पा के बड़े प्यार नाल जल दिता, उन्होंने छक लिया। बड़े खुश होए ने वो साधु, कहते ने भी भुख अजे मिटी नहीं, एक होर दे दो। कहते 7 बचन। देखो 4 प्रसादे सन, 3 प्रसादे उन्होंने छकाते ते जल पानी छकाया, तो कहते होर बख्श होर दसो। कहते नहीं हुण आनंद आ गया, तेरा गुरु भला करे। तो सब कुछ बाबा जी देख रहे ने भाई, इहो जिहा जीवन, इहो जिहा सिदक, कोल सिर्फ पैसे भी उन्ने ने, प्रसादे भी उन्ने ने, तो सारे इन्होंने खुआ छकाते, तो फिर भी मन में इन्नी खुशी तो इन्ना आनंद है। तो जिहड़ा एक प्रसादा बचया उन्होंने अद्धा अद्धा करके छक लिया, तो गुरु साहब का शुकराना करके ठंडा पानी पी के आनंद वेच लिया। जब सारा कुछ देखा तो फिर बाबा जी को रहा नहीं गया। कहते ने भी ये गल दसो भाई तुसी ये कित्थों ये कृपा लई है। उन्होंने भी यही गल की है, सतगुरु नानक साहब जी के सिखां सानू बड़ी कृपा है, साडे मन में बड़ी खुशी है, तो बड़ा आनंद है। बस ये गल्लां जिहड़ियां घटनावां जिहड़ियां उन्होंने मन पर असर किया, मन दे विच फिर बड़ी ताण बनी है दर्शनां दी। जदों फिर जो पिता जी का सिद्धांत सी पिछला, इस तरह ही फिर बाबा जी नाल गए ने, पूरी संगत लैके ते रस्से दे विच ना करतारपुर साहिब हुंदा वै, ते अपनी संगत नूं कहंदे ने तुसीं मैनूं इजाजत दवो, मैं जरा किसी काम जाना है दर्शन करन, तो मैं जान किसी के बाग बह गए, अपनियां जो भी भेटां बोलो फिर आ गए ने। उत्थों जदों तुरे जाते हैं तो मन में ताण है भी दर्शन करा मैं सतगुरु दे, क्योंकि पिछले जन्म का ही संबंध सी, प्रगट होना सी उन्होंने, क्योंकि ये धुर तो ही लिखा होया लेख है। सो टिक्का सो छतर सोई सच्चा तक टकाई, गुरु नानक हंदी मोर हथ। सो टिक्का सो छतर सोई सच्चा तक टकाई। ओही टिक्का, ओही चेहरे का नूर, ओही तखत, ओही सब कुछ गुरु नानक साहब जी का। गुरु नानक हंदी मोर हथ, गुरु अंगद की दोही फड़ाई, दिता छड़ करतारपुर बैठ खंडूरे जोत जगाई, जमे पूर्व बीजिया होर होर करी चतराई, लैणी लैणे पाई नानको देरी अमरदास घर आई। देखो भाई गुरदास जी कहते ने कोई बादशाह तखत ते बहिंदा है तो वह बैठद्या सार ही ना अपना तखत भी बदल दिंदा वै, अपना सिक्का भी बदल दिंदा पिछले बादशाह का, तो अपना सिक्का चलांदा, अपना हुक्म चलांदा। पर यह सच्चा तखत है, ये गुरु नानक साहब का तखत है, ये सच्चा तखत है, तो उही फरमान है, तो उही सिक्का वा, उही सब कुछ है, बदलिया नहीं। क्योंकि गुरु नानक साहब जी की जोत है, ये करतारपुर तो आके खंडूर साहब आ गई, खंडूर साहब तो गोविंदवाल साहब, जोत उही है। सो टिक्का सो छतर सोई सच्चा तष्ट काई, गुरु नानक हुंदी मोर हद, गुरु अंगद दी दोही फड़ाई, दिता छड़ करतारपुर बैठ खंडूरे जोत जगाई, जमे पूर्व बीजिया होर होर करी चतराई, लैणे पाई नानको देड़ी अमरदास घर आई। ये दात जिहड़ी है ना करतारपुर तो उही फरमान है, उही हुक्म है, उही जोत है। फर्क इन्ना मैं भाई ये जिहड़े करतारपुर तो खंडूर साहब आ गई, खंडूर साहब तो गोविंदवाल साहब आ गए। ये फरमान सतगुरु जी का जुगा जुग है। घोड़े ते बैठ के चढ़ के सवार होकर ते जाते हैं दर्शन करन, करतारपुर की गली च पहुँचते हैं, तो अगों फिर सतगुरु गुरु नानक साहब जी उत्थे उन्होंने मिलते हैं, तो पूछते हैं भाई महापुरुषो गुरु नानक साहब जी का घर किहड़ा है, उत्थे दर्शन करने हैं। तो अजे पता नहीं भी गुरु नानक साहब जी ने, पर आप महाराज मुस्कुराए, कहते चलो तुसी मेरे मगर मगर आवो, मैं तुहानूं घर छड्डदा। आप घोड़े ते सवार ने, सोहणे बस्तर पाए हुए ने, तो उस वक्त उन्होंने बाबा जी की उम्र 28 साल की है। जदों महाराज उन्होंने लैके गए, कहते आ इत्थे घोड़ी बन लो तो अंदर चले जाओ। जिन्ने चन उन्होंने घोड़ी बनी है, मूँह हथ धोता वै, तो जदों अंदर गए तो संगत बैठी है, तो तख्त ते गुरु नानक साहब जी बैठे हैं।
ਪਰ ਅਜੇ ਉਹਨਾਂ ਦਾ ਜਿਹੜਾ ਮਨ ਜਿਹੜਾ ਨਾ ਦਰਸ਼ਨਾਂ ਨੂੰ ਹੈ, ਅਤੇ ਚਰਨਾਂ ਨੂੰ ਮੱਥਾ ਟੇਕਿਆ। ਚਰਨਾਂ 'ਚ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦੇ ਜਦੋਂ ਸਿਰ ਚੱਕਿਆ ਤਾਂ ਹੈਰਾਨ ਹੋ ਗਏ, ਓਹੋ ਇਹ ਕੀ ਹੋ ਗਿਆ ਮਹਾਰਾਜ, ਮੇਰੇ ਕੋਲ ਗਲਤੀ ਹੋ ਗਈ, ਤੁਸੀਂ ਹੀ ਸੀ ਸਤਿਗੁਰੂ ਨਾਨਕ ਸਾਰੇ ਜਗਤ ਨੂੰ ਤਾਰਨ ਵਾਲੇ, ਇਹ ਮੇਰੇ ਕੋਲ ਗਲਤੀ ਹੋ ਗਈ, ਮੈਂ ਘੋੜੇ 'ਤੇ ਸਵਾਰ ਸਾਂ, ਤੁਸੀਂ ਪੈਦਲ ਸੋ। ਮਹਾਰਾਜ ਮੁਸਕਰਾਏ, ਕਹਿੰਦੇ ਤੁਹਾਡਾ ਨਾਂ ਕੀ ਹੈ? ਕਹਿੰਦੇ ਮੇਰਾ ਨਾਂ ਲੈਣਾ ਹੈ। ਗੁਰੂ ਸਾਹਿਬ ਕਹਿੰਦੇ ਲੈਣਿਆ ਜਿਹਨੂੰ ਦੇਣਾ ਹੋਏ ਤੇ ਉਹਨੂੰ ਅੱਗੇ ਜਾ ਕੇ ਲੈ ਜਾ। ਬਸ ਇੰਨੇ ਬਚਨ ਹੋਏ। ਦਰਸ਼ਨ ਕਰਕੇ ਨਿਹਾਲ ਹੋ ਕੇ ਨਾ ਫਿਰ ਆਪਣੇ ਚਲੇ ਗਏ ਨੇ ਘਰ, ਉੱਥੋਂ ਸੰਗਤ ਦੇ ਨਾਲ। ਤੇ ਬਾਅਦ ਵਿੱਚ ਫਿਰ ਆਏ ਨੇ ਤੇ ਫਿਰ ਉੱਥੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਰਹੇ। 7 ਸਾਲ ਉਹਨਾਂ ਨੇ ਨਾ ਸੇਵਾ ਕੀਤੀ ਹੈ। 1504 'ਚ ਪ੍ਰਕਾਸ਼ ਹੋਇਆ ਤੇ 7 ਸਾਲ ਸੇਵਾ ਕੀਤੀ ਹੈ। ਤੇ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗੱਦੀ ਦੇ ਮਾਲਕ ਬਣੇ ਨੇ। 35 ਸਾਲ ਦੀ ਉਮਰ ਹੋਈ ਹੈ ਤੇ 6 ਸਾਲ ਉਹਨਾਂ ਨੇ ਸੇਵਾ ਕੀਤੀ, 7 ਸਾਲ। ਤੇ ਇੱਥੋਂ ਤੱਕ ਇਤਿਹਾਸਕਾਰ ਕਹਿੰਦੇ 27-28 ਸਾਲ ਦੀ ਜਵਾਨੀ ਦੀ ਉਮਰ ਸੀ ਮਹਾਰਾਜ ਦੀ। ਤੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਸੇਵਾ ਕੀਤੀ, ਸਿੱਖੀ ਕਮਾਈ। ਜਦੋਂ ਮਹਾਰਾਜ ਗਏ ਤਾਂ ਮਾਤਾ ਜੀ ਨੂੰ ਪੁੱਛਿਆ ਵੀ ਕਿੱਥੇ ਨੇ ਸਤਿਗੁਰੂ? ਤੇ ਕਹਿੰਦੇ ਨੇ ਵੀ ਉਹ ਖੇਤਾਂ ਦੇ ਵਿੱਚ ਨੇ। ਜਦੋਂ ਖੇਤਾਂ 'ਚ ਗਏ ਤਾਂ ਮਹਾਰਾਜ ਨਾ ਝੋਨੇ ਦੇ ਵਿੱਚ ਉਹਨਾਂ ਨਦੀਨ ਕੱਢ ਕੇ ਪਰੇ ਸੁੱਟ ਰਹੇ ਸੀ, ਜੋ ਘਾਹ ਫਾਲਤੂ ਹੁੰਦਾ। ਤੇ ਮਹਾਰਾਜ ਨੇ ਨਾ ਮੱਥਾ ਟੇਕਿਆ ਮਹਾਰਾਜ ਨੂੰ, ਤੇ ਪੰਡ ਬਣਾ ਕੇ ਉਹਨਾਂ ਦੇ ਨਾ ਸਿਰ 'ਤੇ ਚੁਕਾ ਦਿੱਤੀ ਹੈ। ਬਾਬਾ ਲਹਿਣਾ ਜੀ ਦੇ ਪਰਖਣਾ ਚਾਹੁੰਦੇ ਨੇ, ਸਿਰ 'ਤੇ ਲੈ ਕੇ ਚੁੱਕੀ ਜਾਂਦੇ ਨੇ, ਤੇ ਬੜੇ ਆਨੰਦ ਵਿੱਚ ਨੇ। ਜਿੰਨਾ ਵੀ ਉਲਦੀਨ ਦਾ ਜਿੰਨਾ ਵੀ ਚੱਕਰ ਸੀ ਨਾ ਸਾਰਾ ਘਾਹ ਦਾ, ਉਹ ਸਾਰੇ ਸੋਹਣੇ ਬਸਤਰਾਂ 'ਤੇ ਪੈ ਗਿਆ। ਤੇ ਚੱਕਰ ਨਾਲ ਸੋਹਣੇ ਬਸਤਰ ਜਿਹੜੇ ਨਾ ਭਿੱਜ ਗਏ ਮੇਰੇ, ਤੇ ਆਪ ਤੁਰੀ ਜਾਂਦੇ, ਪ੍ਰਵਾਹ ਨਹੀਂ ਕੀਤੀ। ਜਦੋਂ ਘਰ ਕੋਲ ਪਹੁੰਚੇ ਨੇ ਤੇ ਮਾਤਾ ਜੀ ਕਹਿੰਦੇ ਨੇ ਭਾਈ ਤੁਸੀਂ ਇਸ ਨੌਜਵਾਨ ਨੂੰ ਇੰਨਾ ਸੋਹਣੇ ਕੱਪੜੇ ਪਾਏ, ਇੰਨਾ ਸੋਹਣਾ, ਸਿਰ 'ਤੇ ਪੰਡ ਚਗਾ ਦਿੱਤੀ ਮਹਾਰਾਜ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇਹ ਪੰਡ ਨਹੀਂ ਹੈ, ਇਹ ਸਾਰੇ ਸੰਸਾਰ ਦਾ ਛਤਰ ਹੈ, ਇਹ ਸਾਰੇ ਸੰਸਾਰ ਦੇ ਮਾਲਕ ਬਣਨਗੇ, ਇਹ ਸਾਰੇ ਸੰਸਾਰ ਦਾ ਛਤਰ ਹੈ, ਸਾਰੇ ਸੰਸਾਰ ਦਾ ਰਿਜ਼ਕ ਹੈ। ਤੇ ਇਹ ਸਾਰੀ ਸਮਾਂ ਆਏਗਾ। ਉਸ ਤੋਂ ਬਾਅਦ ਸੇਵਾ 'ਚ ਲੱਗ ਗਏ, ਹੁਕਮ ਚਲਾਇਆ, ਉੱਥੇ ਹੀ ਰਹੇ ਮਹਾਰਾਜ। ਰਾਤ ਦਿਨ ਨਾਮ ਜਪਣਾ ਤੇ ਚਰਨਾਂ ਦੇ ਵਿੱਚ ਰਹਿਣਾ, ਹੁਕਮ ਨੂੰ ਮੰਨਣਾ, ਸਿੱਖੀ ਕਮਾਉਣੀ। ਇੱਕ ਦਿਨ ਦੀ ਗੱਲ ਹੈ, ਰਾਤ ਠੰਡ ਬੜੀ ਸੀ, ਧਰਮਸ਼ਾਲਾ ਦੀ ਕੰਧ ਮੀਂਹ ਕਰਕੇ ਢਹਿ ਗਈ। ਇੱਕ ਪਾਸਿਓਂ ਸਵੇਰੇ ਸੰਗਤ ਆਣੀ, ਤੇ ਗੁਰੂ ਸਾਹਿਬ ਜੀ ਨੇ ਕਿਹਾ ਆਪਣੇ ਸਿੱਖਾਂ ਨੂੰ, ਆਪਣੇ ਪੁੱਤਰਾਂ ਨੂੰ, ਬੇਟਾ ਸਵੇਰੇ ਸੰਗਤ ਆਣੀ ਹੈ ਤਾਂ ਇਸ ਕੰਧ ਨੂੰ ਬਣਾਓ, ਠੰਡ ਹੈ। ਤੇ ਅੱਗੋਂ ਜਵਾਬ ਮਿਲਿਆ, ਪਿਤਾ ਜੀ ਦੇਖੋ ਰਾਤ ਦਾ ਟਾਈਮ ਹੈ, ਮੀਂਹ ਪੈ ਰਿਹਾ ਵੈ, ਮਿੱਟੀ ਘੁੱਲ ਜਾਣੀ ਹੈ, ਕਿੱਦਾਂ ਮਿੱਟੀ ਇਕੱਠੀ ਕਰਾਂਗੇ ਤੇ ਪਾਣੀ ਦੇ ਨਾਲ ਰੁੜ ਜਾਏਗੀ, ਇਹ ਅੱਜ ਨਹੀਂ ਬਣਨੀ, ਕੱਲ੍ਹ ਬਣੇਗੀ ਜਦੋਂ ਮੀਂਹ ਰੁਕੇਗਾ। ਸਾਰਿਆਂ ਨੇ ਇਹੀ ਗੱਲ ਕਹੀ ਹੈ ਮਹਾਰਾਜ। ਤੇ ਸਤਿਗੁਰੂ ਕਹਿੰਦੇ ਠੀਕ ਹੈ, ਜਿੱਦਾਂ ਤੁਹਾਡੀ ਮਰਜ਼ੀ। ਇੱਧਰ ਬਾਬਾ ਲਹਿਣਾ ਜੀ ਕੋਲ, ਚਰਨਾਂ ਦੇ ਕੋਲ ਬੈਠੇ ਸੀ, ਕਹਿੰਦੇ ਨੇ ਬੇਟਾ ਹਿੰਮਤ ਕਰੋ, ਕੰਧ ਬਣਾਓ। ਹੁਕਮ ਮੰਨ ਕੇ ਨਾ ਆਪ ਫਿਰ ਮਿੱਟੀ ਢੋਣੀ ਸ਼ੁਰੂ ਕਰ ਦਿੱਤੀ। ਮਿੱਟੀ ਢੋਂਦੇ ਨੇ, ਮੀਂਹ ਪੈਂਦਾ, ਰੁੜ ਜਾਂਦੀ, ਫਿਰ ਢੋਂਦੇ ਨੇ, ਮੀਂਹ ਰੁਕਦਾ, ਮਿੱਟੀ ਇਕੱਠੀ ਹੋ ਜਾਂਦੀ ਹੈ। ਸਾਰੀ ਰਾਤ ਨਾ ਇਹ ਸੇਵਾ ਕਰਦੇ ਰਹੇ, ਕੰਧ ਬਣਾ ਕੇ ਸਵੇਰੇ ਤਿਆਰ ਕਰਦੇ। ਤੇ ਸਾਰਿਆਂ ਨੇ ਪੁੱਛਿਆ ਜਦੋਂ ਭਾਈ ਤੁਸੀਂ ਸਾਰੀ ਰਾਤ ਲੱਗੇ ਰਹੇ ਹੋ, ਮੀਂਹ ਪੈਂਦਾ ਸੀ, ਮਿਹਨਤ ਬੜੀ ਕਰਨੀ ਪਈ, ਪਾਣੀ ਨਾਲ ਰੁੜ ਜਾਂਦੀ ਸੀ, ਤਾਂ ਸਵੇਰੇ ਬਣਾ ਲੈਂਦੇ।
कहते मेरे सतगुरु का हुक्म है, मिट्टी चाहे रुड़े चाहे ना रुड़े, मीह रुके चाहे ना रुके, जो सतगुरु जी ने आप ही बनवानी है, आप ही सेवा लैनी है, मैं कौन होना सेवा कर। महाराज बड़े प्रसन्न होए। तो एक दिन की गल है, संगत बड़ी आई है, तो महाराज ने कहा किकरां दे दरखत सानू ते चढ़ के झाड़ो तो मिठाई संगत से वंडो। ये भी एक साखी है। जदों सारे ने कहा महाराज किकरां नूं कदी कदी मिठाइयां लगियां ने, इन्हां ते कंडे लगे होंदे, तुसीं एवें। सारे ने कहा नहीं महाराज किकरां ते सानूं कंडे नज़र आते हैं। तो इधर बाबा लैना सी हुक्म किया, महाराज हुक्म करो। सतगुरु जी कहते जाओ तुसी उतर जाओ, उपर चढ़ो तो मिठाई इकट्ठी करो। हुक्म मन के चढ़न लगे ने, तो कहते हैं भी कंडियां नूं तां जिहड़े देख रहे सन, कहते कंडियां नूं तां कदी मिठाइयां लगियां नहीं। कहते चाहे मिठाइयां लगन जां ना लगियां, मेरे गुरु का हुक्म है, लाण वाला भी वो है, कंडे भी लाण वाला वो है, मिठाइयां बनाने वाला वो है। इतिहासकार कहते हैं भाई वो जो झाड़िया तो फिर मिठाइयां ढेर लग गई। ये घटना हुई जब गुरगद्दी का समा नेड़े आया, तो महाराज ने फिर ना एक कोतक रचाया, संगत नूं बुलाया गया, सारे सिखां नूं बुलाया गया। बड़े बड़े महान सिख दुनी चंद वर्गे, मानसुख वर्गे, सज्जन ठग वर्गे, जिन्ने भी महाराज के प्यारे सन सारे बुलाया गया। तो सारे सिंह इकट्ठे हुए ने, संगत इकट्ठी हुई है। महाराज ने कहा भी कुछ थाल दे सिक्के पा लो, सोने चांदी दे भर लो, वो भी भर ले टोकरियां दे विच। कुछ थाल जो मिठाइयां पा लियां, वो भी भर ले, मखाने भर ले। कुछ थालों मिठाइयां, कुछ थालों मखाने प्रसाद भर ले। संगत नूं कहा चलो बई। संगत हुक्म मान के चल पई, वाहिगुरू का जाप करते करते चल पे। सारे हैरान होए भाई महाराज की कोतक विचार हैं। नाल बाबा बुढ़ा जी भी ने, बाबा लैना जी भी ने, सारे जिन्हें भी गुरसिख है, होर भी संगत है सारी जड़ी है। पहले तो महाराज ने कहा भाई तुसी चांदी सोने सिक्के है जो सारे वंड दो। सारे महाराज ने वंड दिते। उन्होंने हुक्म महाराज का हुक्म मान के सिखा ने वंड दिते। पर जेड़े जेड़े सन सारे जेड़े सिक्के चांदी जो भी धन लैना चाहते सन, उन्होंने सारिਆਂ ਨੂੰ मिल गया, वो चले गए। वो रुक गए, जिन्ना को मिले जिस तक मिलते रहे, उस तो बाद वो वापस चले गए। उस तो बाद महाराज के मिठाइयां वंडो। जिन्हें मिठाइयां की इच्छा सी उन्होंने मिठाइयां वंड दित्तियां, वो मिठाइयां खा के चले गए। फिर आख्या भी मसाने मखाने वंड दो, मखाने वंडते सारिਆਂ ਨੂੰ, जिन्हों जिन्होंने कोई इच्छा सारिਆਂ ਨੂੰ वंडे गए। सारे अपने घरों घरी चले गए। रह गए चंद सिख गुरु साहब जी के, रह गए बाबा बुढ़ा जी ते बाबा लैना जी, होर गुरसिख रह गए। जदों महाराज ने देखा जिन्हों दीयां इच्छा सन, हुण भी तुसीं देख लो गुरु ग्रंथ साहब कोल आउंदी संगत, जिन्हों की इच्छा होंदी है सानूं धन दौलत चाहिदा, वो धन दौलत तक ही सहमत ने। जिन्होंने प्रसाद जां लंगर स्वादी समान जो भी खाण वाला वो चाहिदा, वो लैके आप चले जाते हैं अपने अपने घर। जिदा इच्छा होंदी है, पर कोई गला ही होंदा है जिहड़ा कहंदा मेरा सतगुरु मैनूं कुछ नहीं चाहिए, सिर्फ तेरा नाम चाहिए, तेरा तेरे चरण चाहिए ने, होर कुछ नहीं चाहिए। विरले होंदे। बड़ी संगत इकट्ठी हुई, सारे घरों घरी चले गए। पर महाराज ने फिर कहा लैणिया तू भी जा। बाबा बुढ़ा ने कहा तू भी चला जा इत्थों। सारे चले गए, अपने घरे घरी चले गए। तो महाराज कहते ने, बाबा बुढ़ा जी कहते भी मेरा मैं कित्थे जावां, तेरे तो बगैर मेरा कोई नहीं। तो बाबा लैना जी कहते तू भी चला जा। कहते महाराज मैं कित्थे जावां। कहते अपने घर चला जा। कहते मेरा घर है तेरे चरण, तेरे सिवा मेरा कोई घर नहीं। मैं तो अपने घर च खड़े हाँ, मैं कित्थे जा, तेरे सिवा मेरा कोई नहीं। बस अपने गल नाल ला लिया। कहते हुण लैणिया तैनूं जो असीं देना सी ना, अज दे चले, तू साडा अंग बन गया।
ਤੂੰ ਅੰਗ ਬਣ ਗਿਆ ਸਾਡਾ, ਸਿੱਖੀ ਕਮਾਈ ਹੈ, ਹੁਕਮ ਮੰਨਿਆ। ਤੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਨੂੰ ਗੱਲ ਨਾਲ ਲਾਇਆ, ਕਹਿੰਦੇ ਬੁੱਢਿਆ ਅਸੀਂ ਤੇਰੇ ਸਦਾ ਹੀ ਸੰਗਾਂ, ਸਦਾ ਹੀ ਤੇਰੇ ਸੰਗਾਂ, ਸਦਾ ਹੀ ਤੇਰੇ ਸੰਗਾਂ। ਸਾਰਾ ਕੁਛ ਮਹਾਰਾਜ ਨੇ ਕੋਤਕ ਵਰਤਾ ਕੇ ਤੇ ਘਰ ਲਿਆ। ਘਰ ਆ ਕੇ ਤੇ ਫਿਰ ਮਹਾਰਾਜ ਨੇ ਫਿਰ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ, ਆਪਣਾ ਅੰਗ ਬਣਾ ਲਿਆ, ਆਪਣੀ ਜੋਤ ਜਿਹੜੀ ਹੈ ਨਾ ਉਹਨਾਂ ਦੇ ਚੁਕਾਤੀ। ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਅੰਗਦ ਦੇਵ ਜੀ ਬਣੇ 1539 ਤੇ 1539 ਚ ਬਾਅਦ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਪ੍ਰਵਾਨਾ ਹੋਏ। ਸੱਚਖੰਡ ਜੋਤੀ ਜੋਤ ਸਮਾਏ। ਕਰਤਾਰਪੁਰ ਤੋਂ ਫਿਰ ਖਡੂਰ ਸਾਹਿਬ ਆਏ। ਸੋ ਟਿੱਕਾ ਸੋ ਛਤਰ ਸੋਈ ਸੱਚਾ ਤਖਤ ਟਿਕਾਈ, ਗੁਰੂ ਨਾਨਕ ਹੰਦੀ ਮੋਹਰਥ ਗੁਰੂ ਅੰਗਦ ਦੀ ਦੋਹੀ ਫਰਾਈ। ਦਿੱਤਾ ਸ਼ਰ ਕਰਤਾਰਪੁਰ ਬੈਠ ਖੰਡੂਰੇ ਜੋਤ ਜਗਾਈ, ਜੰਮੇ ਪੂਰਵ ਬੀਜਿਆ ਹੋਰ ਕੜੀ ਚਤਰਾਈ, ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਕਾਰਿਆ। ਇਹੀ ਜੋਤ ਜਿਹੜੀ ਹੈ ਨਾ ਫਿਰ ਗੁਰੂ ਅਮਰਦਾਸ ਜੀ ਨੇ ਦਿੱਤੀ। ਉਸ ਤੋਂ ਬਾਅਦ ਖਡੂਰ ਸਾਹਿਬ 'ਚ ਬੜੀਆਂ ਮਿਹਰਾਂ ਕੀਤੀਆਂ ਮਹਾਰਾਜ ਨੇ, ਬੜੀਆਂ ਬਖਸ਼ਾਂ ਕੀਤੀਆਂ। ਉੱਥੇ ਫਿਰ ਮੱਲ ਅਖਾੜੇ ਬਣਾਏ। ਉੱਥੇ ਫਿਰ ਗੁਰਮੁਖੀ ਮਹਾਰਾਜ ਨੇ ਨਾ ਸਿਖਾਈ, ਗੁਰਸਿੱਖਾਂ ਨੂੰ ਬਾਣੀ ਪੜ੍ਹਨਾ ਦੱਸਿਆ। ਉੱਥੇ ਫਿਰ ਆਨੰਦ ਬਣੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ। ਤੇ ਉੱਥੇ ਫਿਰ ਗੁਰੂ ਅਮਰਦਾਸ ਜੀ ਨਾ ਉਹਨਾਂ ਨੇ ਦਰਸ਼ਨਾਂ ਵਾਸਤੇ ਆਏ। 12 ਸਾਲ ਉਹਨਾਂ ਨੇ ਸੇਵਾ ਕੀਤੀ ਖਡੂਰ ਸਾਹਿਬ। ਉੱਥੇ ਬੜੀਆਂ ਕਿਰਪਾ ਵਰਤੀਆਂ। ਆਪ ਸਤਿਗੁਰੂ ਉੱਥੇ ਰਹਿਮਤਾਂ ਕਰਦੇ ਰਹੇ, ਬਖਸ਼ਾਂ ਕਰਦੇ ਰਹੇ। ਤੇ 1552 29 ਅਪ੍ਰੈਲ 1552 ਦੇ ਆਪ ਜੋਤੀ ਜੋਤ ਸਮਾਏ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਆਪ ਜੋਤੀ ਜੋਤ ਸਮਾਏ। ਦੇਖੋ ਮਹਾਰਾਜ ਦੇ ਜੀਵਨ ਦਾ ਜੋ ਸਫ਼ਰ ਹੈ, 1504 ਚ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਗੁਰੂ ਸਾਹਿਬ ਜੀ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਗੱਦੀ ਦੇ ਮਾਲਕ ਬਣੇ ਨੇ। 35 ਸਾਲ ਦੀ ਉਮਰ ਦੇ ਅਜੇ ਜਵਾਨੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਬਣੇ ਨੇ। 6 ਸਾਲ ਉਹਨਾਂ ਨੇ ਸੇਵਾ ਕੀਤੀ ਹੈ ਤੇ 27-28 ਸਾਲ ਦੀ ਉਮਰ ਗੁਰੂ ਸਾਹਿਬ ਦੀ ਆਏ ਦਰਸ਼ਨ ਕਰਨ ਵਾਸਤੇ। ਇਸ ਸਮੇਂ ਦੇ ਵਿੱਚ ਦੁਨੀਆ ਦੇ ਉੱਤੇ ਸੰਸਾਰ ਦੇ ਬੜੀਆਂ ਰਹਿਮਤਾਂ ਕੀਤੀਆਂ। ਸਤਿਗੁਰਾਂ ਦੀ ਬਾਣੀ ਜਿੰਨੀ ਵੀ ਗੁਰੂ ਨਾਨਕ ਸਾਹਿਬ ਜੀ ਸਾਰੀ ਉਹਨਾਂ ਨੇ ਇਕੱਠੀ ਕੀਤੀ। ਸਾਰਾ ਖਜ਼ਾਨਾ ਗੁਰੂ ਸਾਹਿਬ ਦੇ ਕੋਲ ਹੈ। ਤੇ ਆਪ ਜੀ ਦੇ 62 ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਤੇ ਇਹ ਜਿਹੜੀ ਕਿਰਪਾ ਮਹਾਰਾਜ ਦੀ ਵਰਤੀ। ਤੇ ਆਪ ਜੀ ਦੇ 2 ਸਾਹਿਬਜ਼ਾਦੇ ਨੇ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਤੇ 2 ਉਹਨਾਂ ਦੀਆਂ ਸਪੁੱਤਰੀਆਂ ਨੇ, ਬੀਬੀ ਅਮਰੋ ਜੀ ਤੇ ਬੀਬੀ ਅਮਰੋ ਜੀ। ਤੇ ਬੀਬੀ ਅਮਰੋ ਜੀ ਜਿਹੜੇ ਨੇ ਨਾ ਉਹ ਗੁਰੂ ਅਮਰਦਾਸ ਜੀ ਦੇ ਵੱਡੇ ਭਾਈ ਸਾਹਿਬ ਜਿਹੜੇ ਨੂੰਹ ਲੱਗ ਉਧਰ ਉਹਨਾਂ ਦੇ ਕੁੜਮ ਨੇ ਵੱਡੇ ਭਾਈ ਸਾਹਿਬ, ਤੇ ਗੁਰੂ ਅਮਰਦਾਸ ਜੀ ਦੇ ਕੁੜਮ ਨੇ। ਤੇ ਬੀਬੀ ਅਮਰੋ ਜੀ ਦੇ ਕੋਲੋਂ ਹੀ ਬਾਣੀ ਸੁਣ ਕੇ ਨਾ ਤੇ ਗੁਰੂ ਅੰਗਦ ਦੇਵ ਜੀ ਦੇ ਚਰਨ ਦਰਸ਼ਨ ਕਰਨ ਵਾਸਤੇ ਗਏ ਸੀ। ਦਰਸ਼ਨ ਤਾਂ ਪਹਿਲਾਂ ਵੀ ਕੀਤੇ ਸਨ ਪਰ ਉਹ ਰਿਸ਼ਤੇਦਾਰੀ ਕਰਕੇ ਸੀ। ਪਰ ਹੁਣ ਗੁਰੂ ਸਾਹਿਬ ਜੀ ਦਰਸ਼ਨ ਕਰਨ ਗਏ ਨੇ ਸਿੱਖ ਬਣ, ਉੱਥੇ ਫਿਰ ਰਹਿਮਤਾਂ ਹੋਈਆਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਸੰਸਾਰ ਦੇ ਵਿੱਚ। ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਾਰਾ ਸੰਸਾਰ ਮਨਾ ਰਿਹਾ ਔਰ ਉਹਨਾਂ ਦਾ ਮਨਾਇਆ ਹੋਇਆ ਜਿਹੜਾ ਪ੍ਰਵਾਨ ਹੈ, ਜਿਹੜੇ ਗੁਰੂ ਸਾਹਿਬ ਜੀ ਦੀ ਦੱਸੇ ਹੋਏ ਉਪਦੇਸ਼ ਤੇ ਆਪਣੇ ਜੀਵਨ ਨੂੰ ਕਮਾਉਂਦੇ ਨੇ ਤੇ ਬਾਣੀ ਨਾਲ ਜੁੜਦੇ ਨੇ ਤੇ ਆਪਣੇ ਮਨ ਨੂੰ ਸੁੱਖ ਦਿੰਦੇ ਨੇ। ਅੱਜ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਵੀ ਹੈ, ਮਹਲਾ ਤੀਜਾ, ਬਿਨ ਨਾਵੇਂ ਜਗ ਭਰ, ਬਿਨ ਨਾਵੇਂ ਸਭ ਭਰਮ ਦੇ, ਨਿਤ ਜਗ ਚੋਟਾ ਸੰਸਾਰ। ਬਿਨਾਂ ਨਾਮ ਤੋਂ ਸਾਰਾ ਸੰਸਾਰ ਭਟਕ ਰਿਹਾ ਹੈ ਤੇ ਚੋਟਾਂ ਖਾ ਰਿਹਾ, ਕਿਉਂਕਿ ਨਾਮ ਤੋਂ ਬਗੈਰ ਸੁੱਖ ਨਹੀਂ ਮਿਲ ਸਕਦਾ। ਪਰਮਾਤਮਾ ਦੇ ਨਾਮ ਨੂੰ ਛੱਡ ਕੇ ਸਦਾ ਹੀ
कुंवारी है। हर बिसरत सदा कुंवारी, ताको धोखा कहाँ व्यापे जाको ओर कमाए। बिन सिमरन जो जीवन बनना, सर्फ जैसे आर जारी। परमात्मा के नाम तो सदा ही खुआरी है, चोटा खाण वाली गल है, पर बिना सिमरन तो ना बंदे का जीवन एक सप की तरह है। मनमुख कर्म कमावणे होमे अंध गुवार। जिहड़े मनमुख मनुख ने ना, जिहड़े गुरु तो टुटे हुए ने, वो कर्म कमाते हैं होमे दे विच, ते अंध ते गवार, अंधे मूर्ख ने, गवार ने, क्योंकि वो पूरी असलीयत नूं समझते नहीं है। गुरु की अंध विश्वासी ने, झूठ के नाल जुड़े हुए हैं। गुरमुख अमृत पीवना, नानक शब्द विचार। जिहड़े गुरमुख ने ना, वो नाम रूपी अमृत पींदे ने, सदा ही अमृत नाम का रस माणदे ने, ते शब्द उन्हां दे हिरदे विच शब्द की विचार, वो गुरु के विचार के उत्ते चलते हैं। महला तीजा सहजे जागे सहजे सोवै, गुरमुख अन दिन उस्तत होवै। वो सहज दे विच जागे, वो सदा ही जागे हुए ने, वो सुते हुए भी जागे ने, क्योंकि वो सुता बंदा वो है जिहड़ा कि अंध विश्वासी है, जिहड़ा कि जिन्हों के सुते हुए सारे लुटते हैं। मनमुख सुता माया मोह प्यार, गुरमुख जागे ज्ञान विचार। मनमुख मोह माया सुता पिया, पर गुरमुख जागदा है। सहजे जागे सहजे सोवे, गुरमुख अन दिन उस्तत होवे। उन्हां गुरमुखां दी सदा ही उस्तत होंदी है, उन्हां गुरमुखां दा सदा मान मिलदा वै। उन्हां दी सारे लोग जस गांदे ने, जिहड़े सहज विच रहिंदे हन, जागदे भी वो सदा ही ने, सुते होए भी जागदे। वो अज्ञानता की नींद भी नहीं सौंदे, वो शब्द के नाल जुड़ के, गुरु की बाणी नाल जुड़ के, उपदेश नाल सदा ही जागते हैं। मनमुख सुता माया मोह प्यार, गुरमुख जागे गुण ज्ञान विचार। अंतर चिंता नींद ना सोवै, मनमुख भरमे सहसा होवै। मनमुख भरमा दे विच सहसियां दे विच ही जलते रहंदे ने, उन्हां दे अंदर चिंता वै, क्योंकि चिंता पई होंदी है मनमुखी इंसान नूं, उन्हां दी इच्छा पूरी नहीं होंदी, वो सदा ही लालच विच जलदे ने। वो चिंता की नींद विच अंतर चिंता नींद ना सोवे। उन्होंने नींद काहदी आनी है, सारा चिंता च रहिंदे ने। उन्हां अंदर अंध विश्वासी ने, भरमटे हुए ने, चिंता दे विच रहिंदे ने, ते उन्हां नूं नींद नहीं आती। ज्ञानी जागै सवे सुभाए, नानक नाम रत्या बल जाऊं। ज्ञानी जागै, ज्ञानी जागै। ज्ञानी जिहड़ा गुरु का परमात्मा के ज्ञान, जिहदे अंदर परमेश्वर का ज्ञान है ना, उस जागदा, वो सचेत है, वो लुटिया नहीं जाता। क्योंकि ना वो मरे ना ठागे जाए, जिनके राम वसे मन माए। ना वो मरते ने आत्म मोते, ना वो विकारां के ठगे जाते हैं। वो सदा सुचेत ने, सदा जागते ने, क्योंकि उन्होंने ज्ञान है, उन्होंने माड़ी चंगी चीज़ का पता है, उन्होंने गुण का ते औगुण की समझ है। वो फिर कदी ना इस दे अधीन नहीं होंदे, माया के अधीन नहीं होंदे। वो सदा जागते ने, सदा सुचेत ने, कदम कदम जिहड़ा ना वो अपना सही तरीके दे नाल चुकदे ने, ते वो सदा ही सुखी रहंदे हैं। नानक नाम रत्या बल जाऊं। उन्हां तो मैं बुलहार जाना हाँ, जिहड़े नाम दे विच रंगे हुए ने, जिहड़े परमात्मा के नाम का ओट आसरा लैंदे ने, केवल परमेश्वर के नाम नूं जपदे ने, वो सदा ही जागते ने, सदा ही जागते ने, सदा ही सुचेत ने, वो कदी भी ठगे नहीं जाते।
ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਕਰਨ, ਬਿੰਦ ਭੁੱਲਾਂ ਹੋਈਆਂ ਹਨ। ਅੱਜ ਦਾ ਜੋ ਸ਼ਬਦ ਸੀ ਮਹਾਰਾਜ ਦਾ, ਜੋ ਅੱਜ ਦਾ ਹੁਕਮ ਸੀ, ਵਿਲ ਨਾਵੇਂ ਸਭ ਭਰਮ ਦੇ ਨਿਤ ਜਗ ਟੋਟਾਂ ਸੰਸਾਰ, ਮਨ ਮੁਖ ਕਰਮ ਕਮਾਵਣੇ ਹੋਮੇ ਅੰਧ ਗੂਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ